प्यारे बच्चों, आज ਅਸੀਂ ਤੁਹਾਡਾ ਚੈਪਟਰ ਡਿਸਕਸ ਕਰਨ ਜਾ ਰਹੇ ਹਾਂ ਦ ਹੋਮ ਕਮਿੰਗ and it is written by Rabindranath Tagore. The homecoming. Childhood is a time for constant care and nurturing. A boy of 14 wants to fly and see the world, but at the same time, he needs all the affection and attention of the people who are closer to him. What happens to a boy who leaves his home and stays with his relatives? Is his own home the only and real paradise for him? This is the issue that Rabindranath Tagore explores in this story. मतलब ਜਿਹੜਾ ਤੁਹਾਡਾ ਬਚਪਨ ਹੈ ਉਹ ਤੁਹਾਡੀ ਲਗਾਤਾਰ ਤੁਹਾਡੀ ਅਸੀਂ ਕੇਅਰ ਕਰੀਏ, ਤੁਹਾਨੂੰ ਵਧੀਆ ਬਣਨ ਚ ਮਦਦ ਕਰੀਏ, ਉਹਦਾ ਸਮਾਂ ਹੈ। ਇੱਕ 14 ਸਾਲ ਦਾ ਬੱਚਾ ਉਡਣਾ ਚਾਹੁੰਦਾ ਹੈ ਔਰ ਸੰਸਾਰ ਨੂੰ ਦੇਖਣਾ ਚਾਹੁੰਦਾ ਹੈ, ਪਰ ਉਹਦੇ ਨਾਲ ਨਾਲ ਉਹਨੂੰ ਅਫੈਕਸ਼ਨ ਯਾਨੀ ਪ੍ਰੇਮ ਵੀ ਚਾਹੀਦਾ ਹੈ ਔਰ ਪੂਰਾ ਧਿਆਨ ਵੀ ਚਾਹੀਦਾ ਹੈ ਜਿਹੜੇ ਉਹਦੇ ਨੇੜੇ ਦੇ ਲੋਕ ਹੁੰਦੇ ਹੈ। ਇਹ ਕਹਾਣੀ ਇਸ ਗੱਲ ਤੇ ਬੇਸ ਕਰਦੀ ਹੈ ਕਿ ਉਹ ਬੱਚੇ ਨਾਲ ਕੀ ਹੋਇਆ ਜਿਹੜਾ ਆਪਣਾ ਘਰ ਜਿਹਨੂੰ ਛੱਡਣਾ ਪਿਆ, ਆਪਣੇ ਰਿਸ਼ਤੇਦਾਰਾਂ ਨਾਲ ਉਹ ਰਿਹਾ ਔਰ ਉਹਦੇ ਆਪਣਾ ਜਿਹੜਾ ਘਰ ਸੀ ਕਿ ਉਹ ਉਹਦੇ ਵਾਸਤੇ ਸਹੀ ਸਵਰਗ ਸੀਗਾ। ਇਹੀ ਗੱਲ ਜਿਹੜੀ ਹੈ ਰਵਿੰਦਰਨਾਥ ਟੈਗੋਰ ਤੁਹਾਨੂੰ ਸਮਝਾਉਣਾ ਚਾਹੁੰਦੇ ਹੈ ਕਿ ਤੁਹਾਡਾ ਘਰ ਹੀ ਤੁਹਾਡੇ ਵਾਸਤੇ ਸਭ ਤੋਂ ਵੱਡਾ ਸਵਰਗ ਹੈ। Fatik was a 14 years old boy. Fatik ਇੱਕ 14 ਸਾਲ ਦਾ ਬੱਚਾ ਸੀ। He had a younger brother Makhan. ਉਹਦਾ ਇੱਕ ਛੋਟਾ ਭਰਾ ਸੀਗਾ ਮੱਖਣ। His father was no more. ਉਹਨਾਂ ਦੇ ਹੁਣ ਪਿਤਾ ਜੀ ਜ਼ਿੰਦਾ ਨਹੀਂ ਸੀ। He was ringleader among the boys of his village. ਉਹ ਆਪਣੇ ਬੱਚਿਆਂ ਜਿਹੜੇ ਪਿੰਡ ਦੇ ਜਿੰਨੇ ਵੀ ਬੱਚੇ ਸੀਗੇ ਉਹਨਾਂ ਦਾ ਸਰਗਨਾ ਸੀਗਾ। Once he thought of a mischief. ਇੱਕ ਦਿਨ ਉਹਦੇ ਦਿਮਾਗ 'ਚ ਇੱਕ ਸ਼ਰਾਰਤ ਸੁੱਝੀ। He planned to roll the log of wood which was lying on the bank of the river. ਉਹਨੇ ਇਹ ਯੋਜਨਾ ਬਣਾਈ ਕਿ ਇੱਕ ਨਦੀ ਦੇ ਕਿਨਾਰੇ ਦੇ ਉੱਤੇ ਇੱਕ ਲੱਕੜੀ ਦਾ ਬਹੁਤ ਵੱਡਾ ਜਿਹਾ ਗੱਠਾ ਪਿਆ ਸੀਗਾ। ਤਾਂ ਉਹਨੇ ਸੋਚਿਆ, ਖੁੰਡ ਜਿਹਨੂੰ ਤੁਸੀਂ ਕਹਿ ਸਕਦੇ ਹੋ, ਉਹਨੇ ਸੋਚਿਆ ਕਿ ਵੀ ਇਹਨੂੰ ਮੈਂ ਹੁਣ ਪਾਣੀ 'ਚ ਤਰਾ ਦਿਆਂ। His brother Makhan came and sat down on the log of wood. ਉਸ ਖੁੰਡ ਤੇ ਆ ਕੇ ਉਹਦਾ ਜਿਹੜਾ ਭਰਾ ਸੀਗਾ ਮੱਖਣ ਉਹ ਬਹਿ ਗਿਆ। Fatik's new maneuver was that he ordered to roll the log with Makhan sitting over it. ਉਹਦੇ ਮਨ 'ਚ ਹੁਣ ਇੱਕ ਨਵੀਂ ਯੋਜਨਾ ਆ ਗਈ ਕਿ ਉਹਨੇ ਕਿਹਾ ਆਪਣੇ ਭਰਾ ਨੂੰ, ਉਹਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਹਾ ਕਿ ਮੇਰੇ ਭਰਾ ਨੂੰ ਬੈਠਾ ਰਹਿਣ ਦਿਓ ਔਰ ਇਸ ਲੱਕੜੀ ਦਾ ਜਿਹੜਾ ਖੁੰਡ ਹੈ ਇਹਨੂੰ ਪਾਣੀ 'ਚ ਤੇਰ ਦਿਓ। ਲੌਗ ਦਾ ਮਤਲਬ ਹੁੰਦਾ ਬੇਟਾ ਲੱਠਾ। ਆ ਦੇਖੋ ਤੁਹਾਨੂੰ ਫੋਟੋ ਵੀ ਦਿਖਾ ਰੱਖੀ ਹੈ। ਰਿੰਗ ਲੀਡਰ ਦਾ ਮਤਲਬ ਹੁੰਦਾ ਮੁਖੀਆ। ਮੈਨੂਵਰ ਦਾ ਮਤਲਬ ਹੁੰਦਾ ਚਾਲ। ਰੋਲਿੰਗ ਆਫ ਲੌਗ ਆਫ ਵੁੱਡ ਮਤਲਬ ਉਸ ਖੁੰਡ ਨੂੰ ਜਾਂ ਉਸ ਲੱਠੇ ਨੂੰ ਜਿਹੜਾ ਹੈ ਉਹ ਤੈਰਾਨਾ ਜਾਂ ਉਸਨੂੰ ਠੇਲਣਾ। ਆ ਦੇਖੋ ਜਿਵੇਂ ਆ ਬੰਦਾ ਇੱਕ ਲੱਕੜੀ ਦਾ ਗੱਠਾ ਇਹਦੇ ਨੀਚੇ ਘੁੰਮ ਰਿਹਾ, ਇਹਨੂੰ ਕਹਿੰਦੇ ਆ ਰੋਲਿੰਗ ਆਫ ਲੌਗ ਆਫ ਵੁੱਡ। Fatik's order was carried out and there went Makhan off the log. Fatik ਦੇ ਆਦੇਸ਼ਾਂ ਦਾ ਪਾਲਨ ਹੋਇਆ ਔਰ ਮੱਖਣ ਨੂੰ ਉਸ ਗੱਠੇ ਤੋਂ ਉੱਠਣਾ ਪੈ ਗਿਆ। Brought to the physical and mental injury, Makhan rose from the mud and attacked Fatik savagely and went home crying. ਹੁਣ ਮੱਖਣ ਜਿਹੜਾ ਸੀਗਾ ਉਹਨੂੰ ਸਰੀਰਕ ਤੌਰ ਤੇ ਵੀ ਔਰ ਦਿਮਾਗੀ ਤੌਰ ਤੇ ਵੀ, ਉਹਨੂੰ ਸਰੀਰ ਤੇ ਵੀ ਚੋਟ ਲੱਗੀ, ਦਿਮਾਗ ਤੇ ਵੀ ਚੋਟ ਲੱਗੀ। ਜਦੋਂ ਉਹਨੂੰ ਉਹਦੇ ਸਮੇਤ ਲੱਕੜੀ ਦੇ ਗੱਠੇ ਨੂੰ ਉਹਨਾਂ ਨੇ ਤੇਰਨ ਦੀ ਕੋਸ਼ਿਸ਼ ਕੀਤੀ ਤਾਂ ਮੱਖਣ ਡਿੱਗ ਪਿਆ। ਮੱਖਣ ਜਿਹੜਾ ਸੀਗਾ ਉਹ ਮਿੱਟੀ ਚੋਂ ਉੱਠਿਆ ਔਰ ਉਹਨੇ ਫਾਟਿਕ ਦੇ ਉੱਤੇ ਹਮਲਾ ਕਰਤਾ ਔਰ ਬੜੇ ਬੁਰੇ ਤਰੀਕੇ ਨਾਲ ਉਹ ਫਿਰ ਉਹਨਾਂ ਨਾਲ ਲੜ ਕੇ ਘਰ ਚਲਾ ਗਿਆ, ਰੋਂਦੇ ਪਿੱਟਦੇ ਹੋਏ ਘਰ ਤੁਰ ਗਿਆ। Fatik didn't dare to go home. ਲੇਕਿਨ ਫਾਟਿਕ ਨੇ ਘਰ ਜਾਣ ਦਾ ਹਿੰਮਤ ਨਹੀਂ ਕੀਤੀ। ਕਿਉਂ ਨਹੀਂ ਕੀਤੀ? He knew that his mother would do. ਉਹਨੂੰ
पता सी कि ओदी मां की करेगी, what his mother would do. While Fatik thus sat on the bank of a river chewing a blade of grass, a middle-aged man, it was Fatik's uncle whom the boy had never seen, got ashore in a boat. Ashore ਹੁੰਦਾ किनारे ते उतरना। ਜਦੋਂ ਮੱਖਣ ਉਸ ਫਾਟਿਕ ਉਸ ਨਦੀ ਦੇ ਕਿਨਾਰੇ ਤੇ ਬੈਠਾ ਸੀਗਾ, ਉਹ ਇੱਕ ਘਾਸ ਨੂੰ ਦੀ ਟਹਿਣੀ ਜੀ ਨੂੰ ਚਬਾਈ ਜਾਂਦਾ ਸੀ। ਆਪਾਂ ਗੁੱਸੇ 'ਚ ਜਾਂ ਸੋਚਣਸ਼ੀਲ ਮੁਦਰਾ 'ਚ ਅਜਿਹਾ ਕਰਦੇ ਹੀ ਹੁੰਦੇ ਆ। ਤਾਂ ਇੱਕ ਦਰਮਿਆਨੀ ਜੀ ਉਮਰ ਦਾ ਬੰਦਾ ਜਿਹੜਾ ਸੀਗਾ, ਜਿਹਨੂੰ ਫਾਟਿਕ ਨੇ ਕਦੀ ਨਹੀਂ ਦੇਖਿਆ ਸੀ, ਉਹ ਫਾਟਿਕ ਦਾ ਵੈਸੇ ਅੰਕਲ ਸੀਗਾ। ਉਹ ਜਿਹੜਾ ਸੀਗਾ ਇੱਕ ਕਸ਼ਤੀ ਤੋਂ ਨਦੀ ਦੇ ਕਿਨਾਰੇ ਉਤਰਿਆ। The man asked direction to the house of Chakravartis. ਉਸ ਆਦਮੀ ਨੇ ਚੱਕਰਵਰਤੀ ਦੇ ਘਰ ਦੇ ਬਾਰੇ ਪੁੱਛਿਆ, ਜਿਹੜਾ ਕਿ ਫਾਟਿਕ ਦਾ ਆਪਣਾ ਘਰ ਸੀ, Fatik's own house. But Fatik was not interested in helping the man. ਪਰ ਫਾਟਿਕ ਜਿਹੜਾ ਸੀ ਉਸ ਬੰਦੇ ਦੀ ਮਦਦ ਕਰਨ ਵਿੱਚ ਕੋਈ ਉਸਨੇ ਰੁਚੀ ਨਹੀਂ ਦਿਖਾਈ। A servant from Fatik's house came to take the boy home. ਫਾਟਿਕ ਦੇ ਘਰੋਂ ਇੱਕ ਨੌਕਰ ਫਾਟਿਕ ਨੂੰ ਘਰ ਲਿਜਾਣ ਲਈ ਆਇਆ। ਦੋ ਫਾਟਿਕ ਰਿਫਿਊਜ਼ਡ, ਜਦਕਿ ਫਾਟਿਕ ਨੇ ਉਸਨੂੰ ਮਨਾ ਕਰਤਾ ਆਪਣੇ ਨੌਕਰ ਨੂੰ। The servant carried him all the way home. ਫਾਟਿਕ ਨੂੰ ਉਹ ਫੇਰ ਵੀ ਘਰੇ ਲੈ ਕੇ ਗਿਆ। ਦੇਖੋ ਮੱਖਣ ਇਸ ਲੱਕੜੀ ਦੇ ਗੱਠੇ ਤੇ ਇਸ ਤਰ੍ਹਾਂ ਬੈਠਾ ਲੱਗ ਰਿਹਾ ਹੋਣਾ ਸ਼ਾਇਦ, ਔਰ ਜਦੋਂ ਉਹਨੂੰ ਤੇਰਿਆ ਹੋਣਾ ਤਾਂ ਆ ਦੂਸਰੀ ਫੋਟੋ ਦੇਖੋ, ਅਜਿਹਾ ਲੱਗ ਰਿਹਾ ਹੋਣਾ। At home, Fatik was shouted at by his mother. ਘਰ ਵਿੱਚ ਜਿਹੜੇ ਸੀਗੇ ਉਹਦੀ ਮੰਮੀ ਨੇ ਫਾਟਿਕ ਤੇ ਚਿল্লাਣਾ ਸ਼ੁਰੂ ਕਰਤਾ। ਮੱਖਣ had complained that Fatik had hit him. ਮੱਖਣ ਜਿਹੜਾ ਉਹਦਾ ਛੋਟਾ ਭਰਾ ਸੀ, ਉਹਨੇ ਕਿਹਾ ਫਾਟਿਕ ਨੇ ਉਹਨੂੰ ਮਾਰਿਆ, ਜਦਕਿ ਮੱਖਣ ਨੇ ਮਾਰਿਆ ਸੀ ਫਾਟਿਕ ਨੂੰ। Mother was furious. Mother ਬਹੁਤ ਡਰ ਗਈ। She was biased with Fatik. ਉਹ ਫਾਟਿਕ ਦੇ ਨਾਲ ਥੋੜਾ ਪੱਖ ਪੂਰਦੀ ਸੀ, ਮਤਲਬ ਫਾਟਿਕ ਦੇ ਵੱਲ ਨਹੀਂ ਬਲਕਿ ਮੱਖਣ ਦੇ ਵੱਲ। Since Makhan was the younger child, ਕਿਉਂਕਿ ਮੱਖਣ ਜਿਹੜਾ ਸੀਗਾ ਉਹ ਛੋਟਾ ਬੱਚਾ ਸੀ, she tended to disbelieve Fatik. ਉਹਨੂੰ ਉਹਦੇ ਵਾਸਤੇ ਇਹ ਕਾਰਨ ਸੀਗਾ ਕਿ ਉਹ ਫਾਟਿਕ ਤੇ ਵਿਸ਼ਵਾਸ ਨਾ ਕਰੇ। Mother took Makhan's side as usual. ਮਾਂ ਨੇ ਮੱਖਣ ਦਾ ਹੀ ਪੱਖ ਪੂਰਿਆ ਅਲੱਗ ਪਹਿਲੇ ਦੀ ਤਰ੍ਹਾਂ, and sent her hands on Fatik in a violent outburst. ਔਰ ਉਹਨੇ ਬਹੁਤ ਬੁਰੇ ਤਰੀਕੇ ਨਾਲ ਫਾਟਿਕ ਨੂੰ ਕੁੱਟਣਾ ਸ਼ੁਰੂ ਕਰਤਾ। At this point, the stranger Fatik's uncle arrived. ਇਸ ਬਿੰਦੂ ਦੇ ਉੱਤੇ ਇਸ ਸਮੇਂ ਹੀ ਫਾਟਿਕ ਦੇ ਅੰਕਲ ਉੱਥੇ ਆਏ। Mother recognized her long lost brother Bishambar. ਮਾਂ ਨੇ ਆਪਣੇ ਬਹੁਤ ਪੁਰਾਣੇ ਵਿਛੜੇ ਹੋਏ ਭਾਈ ਬਿਸ਼ੰਬਰ ਨੂੰ ਪਛਾਣ ਲਿਆ। After a few days of enjoyment, ਕੁਛ ਦਿਨ ਉਹਨਾਂ ਤੇ ਘਰ ਰਹਿਣ ਤੋਂ ਬਾਅਦ, ਫਾਟਿਕ ਹੋਰਾਂ ਦੇ ਘਰ ਰਹਿਣ ਤੋਂ ਬਾਅਦ, ਬਿਸ਼ੰਬਰ decided to take Fatik home to Calcutta. ਪਰ ਉਹਨੇ ਬਿਸ਼ੰਬਰ ਨੇ ਆਪਣੀ ਭੈਣ ਨੂੰ ਕਿਹਾ ਕਿ ਉਹ ਫਾਟਿਕ ਨੂੰ ਆਪਣੇ ਘਰ ਕੋਲਕਾਤਾ ਲੈ ਕੇ ਜਾਏਗਾ। He hoped Fatik's character would change away from the village. ਉਹਨਾਂ ਨੂੰ ਇਸ ਗੱਲ ਦੀ ਪੂਰੀ ਉਮੀਦ ਸੀ ਕਿ ਫਾਟਿਕ ਦਾ ਪੂਰਾ ਜਿਹੜਾ ਚਰਿੱਤਰ ਹੈ ਉਹ ਉੱਥੇ ਜਾ ਕੇ ਸ਼ਾਇਦ ਬਦਲ ਜਾਏਗਾ। Fatik left home. ਫਾਟਿਕ ਨੇ ਘਰ ਛੱਡਤਾ without any pain of separation. ਉਸ ਵੇਲੇ ਉਹਨੂੰ ਚਾਅ ਚੜਿਆ ਹੋਇਆ ਸੀ ਕੋਲਕਾਤਾ ਜਾਣ ਦਾ, ਉਹਨੂੰ ਕੋਈ ਦੁੱਖ ਨਹੀਂ ਸੀ ਆਪਣੀ ਮਾਂ ਤੋਂ ਵਿਛੜਨ ਦਾ। At his uncle's house, Fatik was an unwelcomed guest. ਅੰਕਲ ਦੇ ਘਰ ਵਿੱਚ ਫਾਟਿਕ ਦਾ ਕਿਸੇ ਨੇ ਕੋਈ ਸਵਾਗਤ ਨਹੀਂ ਕੀਤਾ। His aunt had already been fed up with her 3 sons. ਉਹਦੀ ਆਂਟੀ ਤੇ ਪਹਿਲੇ ਤੋਂ ਹੀ ਆਪਣੇ 3 ਬੱਚਿਆਂ ਤੋਂ ਦੁਖੀ ਆਈ ਵੀ ਸੀ। He was the worst in his school, hated by his aunt, avoided by his cousins, sympathized by his uncle, forgotten by his mother, brother. ਉਹ ਸਕੂਲ 'ਚ ਬਹੁਤ ਹੀ ਗੰਦੇ ਤਰੀਕੇ ਨਾਲ ਉਹਨਾਂ ਵਿਵਹਾਰ ਕੀਤਾ ਜਾਂਦਾ ਸੀ, ਉੱਥੇ ਪੜ੍ਹ ਨਹੀਂ ਪਾਇਆ। ਉਹਦੀ ਆਂਟੀ ਉਹਦੇ ਨਾਲ ਬਹੁਤ ਹੇਟ ਕਰਦੀ ਸੀ, ਨਫ਼ਰਤ ਕਰਦੀ ਸੀ। ਉਹਦੇ ਜਿਹੜੇ ਕਜ਼ਨ ਸੀਗੇ, ਜਿਹੜੇ ਉਹਦੇ ਮਮੇਰੇ ਭੈਣ ਭਰਾ ਸੀਗੇ, ਉਹ ਉਹਦੀ ਪਰਵਾਹ ਨਹੀਂ ਸੀ ਕਰਦੇ। ਸਿਰਫ ਇੱਕ ਅੰਕਲ ਜਿਹੜੇ ਸੀ ਉਹਦੇ ਨਾਲ ਸਹਾਨੁਭੂਤੀ ਰੱਖਦੇ ਸੀ, ਥੋੜੀ ਜਿਹੀ ਸਿੰਪਥਾਈਜ਼ ਕਰਦੇ ਸੀ,
ਮਾਂ ਨੇ ਉਹਨੂੰ ਭੁਲਾ ਹੀ ਦਿੱਤਾ ਸੀ ਔਰ ਉਹਦੇ ਆਪਣੇ ਭਰਾ ਮੱਖਣ ਨੇ ਵੀ ਉਹਨੂੰ ਭੁਲਾਤਾ ਸੀ। ਉਹ ਬਿਲਕੁਲ ਉਹਨੂੰ ਕਿਸੇ ਵੀ ਤਰ੍ਹਾਂ ਦੀ ਉਹਦਾ ਖਿਆਲ, ਉਹਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਸੀ। He felt like being in a prison, choking with people who hated him. ਹੁਣ ਉਹਨੂੰ ਇਹ ਮਹਿਸੂਸ ਹੋਣ ਲੱਗ ਗਿਆ ਫਾਟਿਕ ਨੂੰ ਜਿਵੇਂ ਕਿ ਇੱਕ ਜੇਲ੍ਹ 'ਚ ਉਹ ਰਹਿ ਰਿਹਾ ਹੈ ਔਰ ਉਹਨਾਂ ਲੋਕਾਂ ਦੇ ਵਿਵਹਾਰ ਨਾਲ ਉਹਦਾ ਸਾਹ ਘੁੱਟਦਾ ਸੀ। ਜਿਹੜੇ ਲੋਕ ਉਹਨੂੰ ਨਫ਼ਰਤ ਕਰਦੇ ਸੀ ਉਹੀ ਲੋਕ ਉਹਦੇ ਆਸੇ-ਪਾਸੇ ਸੀ, ਚਾਹੇ ਉਹਦੀ ਆਂਟੀ ਸੀ, ਚਾਹੇ ਉਹਦੇ ਟੀਚਰ ਸੀਗੇ, ਚਾਹੇ ਉਹਦੇ ਅੰਕਲ ਦੇ ਬੱਚੇ ਸੀ। He longed to go back to his village. ਉਹ ਆਪਣੇ ਪਿੰਡ 'ਚ ਵਾਪਸ ਜਾਣਾ ਚਾਹੁੰਦਾ ਸੀ। One evening, Fatik ran away from his uncle's home, but two police constables brought him back to Bishambar's home. ਇੱਕ ਸ਼ਾਮ ਨੂੰ ਫਾਟਿਕ ਆਪਣੇ ਅੰਕਲ ਦੇ ਘਰੋਂ ਭੱਜ ਗਿਆ, ਪਰ ਦੋ ਪੁਲਿਸ ਦੇ ਹਵਾਲਦਾਰ ਉਹਨੂੰ ਵਾਪਸ ਬਿਸ਼ੰਬਰ ਦੇ ਘਰ ਲੈ ਕੇ ਆਏ। wet and tired, wet means ਭਿੱਜਿਆ ਹੋਇਆ ਔਰ ਥੱਕਿਆ ਹੋਇਆ। ਫਾਟਿਕ developed fever. ਫਾਟਿਕ ਨੂੰ ਬੁਖਾਰ ਚੜ ਗਿਆ। His condition grew alarmingly critical. Alarmingly means ਸੋਚਣ ਲਾਇਕ। ਉਹਦੀ ਜਿਹੜੀ ਦਸ਼ਾ ਸੀਗੀ, ਬਿਮਾਰ ਜਿਹੜਾ ਹੋ ਗਿਆ ਸੀ, ਉਹਦੀ ਬਿਮਾਰੀ ਦੀ ਦਸ਼ਾ ਬਹੁਤ ਹੀ ਜ਼ਿਆਦਾ ਜਿਹੜੀ ਸੀ ਉਹ ਘਬਰਾਉਣ ਵਾਲੀ ਹੋ ਚੁੱਕੀ ਸੀ, ਬਹੁਤ ਕ੍ਰਿਟੀਕਲ ਹੋ ਚੁੱਕੀ ਸੀ। ਬਿਸ਼ੰਬਰ sent for Fatik's mother. ਬਿਸ਼ੰਬਰ ਨੇ ਫਾਟਿਕ ਦੀ ਮਾਂ ਨੂੰ ਸੁਨੇਹਾ ਲਾਇਆ। When the mother came like a wind, ਉਹਦੀ ਮਾਂ ਬਹੁਤ wind ਮਤਲਬ ਇਸ ਵਾਸਤੇ ਕਿਹਾ ਗਿਆ ਤੇਜ਼ੀ ਦੇ ਨਾਲ ਜਦੋਂ ਉੱਥੇ ਪਹੁੰਚੀ ਤਾਂ ਉਹ ਤੇਜ਼ੀ ਦੇ ਨਾਲ ਫਾਟਿਕ ਵੱਲ ਭੱਜਦੀ ਹੋਈ ਆਈ ਉਹਦੀ ਮੰਮੀ। Fatik's condition was still critical. ਹਲੇ ਵੀ ਫਾਟਿਕ ਦੀ ਹਾਲਤ ਬਹੁਤ ਹੀ ਖਰਾਬ ਸੀ। Fatik tells her, ਫਾਟਿਕ ਆਪਣੀ ਮਾਂ ਨੂੰ ਕਹਿੰਦਾ ਹੈ, mother, the holidays have come. ਮਾਂ, ਛੁੱਟੀਆਂ ਆ ਗਈਆਂ ਹਨ। Who was Fatik? Fatik was 14 years old boy. He was ringleader among the village boys. What was new mischief he thought of? He planned to roll away the log of wood into the river. Why were Fatik and his friends annoyed with Makhan? Fatik and his friends were annoyed with Makhan because Makhan refused to obey Fatik. मतलब Fatik कौन सी, पहला क्वेश्चन है। Fatik 14 ਸਾਲ ਦਾ ਇੱਕ ਬੱਚਾ ਸੀ ਔਰ ਉਹ ਸਕੂਲ ਦੇ ਸਾਰੇ ਬੱਚਿਆਂ ਦਾ ਸਰਗਨਾ ਸੀ। ਸਕੂਲ ਔਰ ਪਿੰਡ ਦੇ ਸਾਰੇ ਬੱਚਿਆਂ ਦਾ ਸਰਗਨਾ ਸੀ। What was new mischief he thought of? ਉਸ ਨੂੰ ਨਵੀਂ ਕੀ ਸ਼ਰਾਰਤ ਸੁੱਝੀ? ਉਹਨੂੰ ਨਵੀਂ ਸ਼ਰਾਰਤ ਇਹ ਸੁੱਝੀ ਕਿ ਉਹਨੇ ਸੋਚਿਆ ਕਿ ਇੱਕ ਲੱਕੜੀ ਦਾ ਜਿਹੜਾ ਲੱਠਾ ਹੈ ਉਸ ਨੂੰ ਦੂਰ ਧਕੇਲਣ ਦੀ ਉਸਨੇ ਯੋਜਨਾ ਬਣਾਈ। ਨਦੀ ਵਿੱਚ ਦੂਰ ਧਕੇਲਣ ਦੀ ਯੋਜਨਾ ਬਣਾਈ। ਫਾਟਿਕ ਔਰ ਉਹਦੇ ਮਿੱਤਰ ਜਿਹੜੇ ਸੀ, ਤੀਜਾ ਕੁਐਸਚਨ ਤੁਹਾਨੂੰ ਪੁੱਛ ਰਹੇ ਨੇ ਕਿ ਉਹ ਮੱਖਣ ਦੇ ਨਾਲ ਦੁਖੀ ਕਿਉਂ ਹੋ ਗਏ। ਫਾਟਿਕ ਔਰ ਉਹਦੇ ਜਿਹੜੇ ਦੋਸਤ ਸੀ ਉਹ ਮੱਖਣ ਨਾਲ ਇਸ ਵਾਸਤੇ ਨਾਰਾਜ਼ ਹੋ ਗਏ ਕਿਉਂਕਿ ਮੱਖਣ ਨੇ ਫਾਟਿਕ ਦੇ ਕਹਿਣ ਤੋਂ ਉੱਥੋਂ ਉਤਰਨ ਤੋਂ ਇਨਕਾਰ ਕਰਤਾ, ਮਤਲਬ ਕਿ ਫਾਟਿਕ ਦੀ ਆਗਿਆ ਮੰਨਣ ਤੋਂ ਮਨਾ ਕਰ ਦਿੱਤਾ। Next, what was Fatik's new maneuver? ਫਾਟਿਕ ਦੀ ਨਵੀਂ ਚਾਲ ਕਿਹੜੀ ਸੀ? He planned to roll the log with Makhan sitting over it. ਉਹਨੇ ਯੋਜਨਾ ਬਣਾਈ ਕਿ ਉਹ ਜਿਹੜਾ ਸੀਗਾ ਉਸ ਲੱਕੜੀ ਦੇ ਖੁੰਡ ਨੂੰ ਪਾਣੀ ਚ ਨਦੀ ਚ ਬਹਾ ਦੇਵੇ, ਭਾਵੇਂ ਮੱਖਣ ਉਹਦੇ ਉੱਤੇ ਬੈਠਾ ਹੀ ਰਵੇ, ਮੱਖਣ ਸਮੇਤ ਉਹਨੂੰ ਨਦੀ ਚ ਬਹਾ ਦਿੱਤਾ ਜਾਵੇ। Why did Fatik beat Makhan even in the presence of his mother? ਫਾਟਿਕ ਨੇ ਮੱਖਣ ਨੂੰ ਆਪਣੀ ਮਾਂ ਦੇ ਸਾਹਮਣੇ ਕੁੱਟਣਾ ਕਿਉਂ ਸ਼ੁਰੂ ਕਰਤਾ? Fatik beat Makhan even in the presence of his mother because Makhan was telling a lie that Fatik had beaten him. ਫਾਟਿਕ ਨੇ ਮੱਖਣ ਨੂੰ ਆਪਣੇ ਮਾਂ ਦੇ ਸਾਹਮਣੇ ਕੁੱਟਣਾ ਤਾਂ ਸ਼ੁਰੂ ਕਰਤਾ ਕਿਉਂਕਿ ਮੱਖਣ ਝੂਠ ਬੋਲ ਰਿਹਾ ਸੀ ਕਿ ਫਾਟਿਕ ਨੇ ਉਹਨੂੰ ਕੁੱਟਿਆ, ਜਦਕਿ ਮੱਖਣ ਨੇ ਫਾਟਿਕ ਨੂੰ ਕੁੱਟਿਆ ਸੀ। Was Makhan speaking the truth? ਕੀ ਮੱਖਣ ਸੱਚ ਬੋਲ ਰਿਹਾ ਸੀ? No, he was not speaking the
truth. Why did Fatik's mother want to send him away to her brother's house? Fatik ਦੀ ਮਾਂ ਉਹਨੂੰ ਆਪਣੇ ਭਰਾ ਦੇ ਘਰ ਕਿਉਂ ਭੇਜਣਾ ਚਾਹੁੰਦੀ ਸੀ? Fatik's mother wanted to send him away to her brother's house because she thought that he would harm Makhan. Fatik ਦੀ ਮਾਂ ਉਸ ਨੂੰ ਉਹਦੇ ਆਪਣੇ ਭਰਾ ਦੇ ਘਰ ਇਸ ਵਾਸਤੇ ਭੇਜਣਾ ਚਾਹੁੰਦੀ ਸੀ ਕਿਉਂਕਿ ਉਹ ਸੋਚਦੀ ਸੀ ਕਿ ਉਹਦਾ ਇਹ ਫਾਟਿਕ ਜਿਹੜਾ ਬੇਟਾ ਹੈ ਉਹ ਮੱਖਣ ਨੂੰ ਨੁਕਸਾਨ ਪਹੁੰਚਾਏਗਾ। How was Fatik received by his aunt? Fatik ਨੂੰ ਦਾ ਸਵਾਗਤ ਉਹਦੀ ਆਂਟੀ ਨੇ ਕਿਵੇਂ ਦਾ ਕੀਤਾ? His aunt was not happy to see him. ਉਹਦੀ ਆਂਟੀ ਫਾਟਿਕ ਨੂੰ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੋਈ। Why couldn't he do well at school? ਉਹ ਸਕੂਲ ਵਿੱਚ ਵਧੀਆ ਕਿਉਂ ਨਹੀਂ ਕਰ ਪਾਇਆ? He could not do well at school because he was ill treated by his aunt, cousins and teachers. ਉਹ ਸਕੂਲ ਚ ਵਧੀਆ ਇਸ ਵਾਸਤੇ ਨਹੀਂ ਕਰ ਪਾਇਆ ਕਿਉਂਕਿ ਉਹਦੇ ਵਾਸਤੇ ਉਹਦੀ ਆਂਟੀ ਦਾ, ਉਹਦੇ ਮਾਮੇ ਦੇ ਬੱਚਿਆਂ ਦਾ ਔਰ ਉਹਦੇ ਜਿਹੜੇ ਅਧਿਆਪਕ ਸੀ ਉਹਨਾਂ ਨੇ ਉਹਦੇ ਨਾਲ ਬਹੁਤ ਗੰਦਾ ਵਿਵਹਾਰ ਕੀਤਾ। Next, how did Fatik's aunt behave on learning about the loss of his book? ਜਦੋਂ ਉਹਦੀ ਇੱਕ ਵਾਰੀ ਕਿਤਾਬ ਗਵਾਚ ਗਈ ਸੀ ਤਾਂ ਆਂਟੀ ਨੇ ਫਾਟਿਕ ਨਾਲ ਕਿਵੇਂ ਦਾ ਵਿਵਹਾਰ ਕੀਤਾ? She became angry on learning about the loss of his book. ਉਹਦੀ ਆਂਟੀ ਬਹੁਤ ਐਂਗਰੀ ਮਤਲਬ ਬਹੁਤ ਗੁੱਸੇ ਚ ਆ ਗਈ ਜਦੋਂ ਉਹਨੂੰ ਪਤਾ ਚੱਲਿਆ ਕਿ ਫਾਟਿਕ ਦੀ ਕਿਤਾਬ ਗੁੰਮ ਹੋ ਗਈ ਹੈ। What was the immediate reason for Fatik's departure from his uncle's house? Fatik ਦਾ ਆਪਣੇ ਅੰਕਲ ਦੇ ਘਰ ਤੋਂ ਜਲਦੀ ਤੋਂ ਜਲਦੀ ਜਾਣ ਦਾ, ਜਿਹੜਾ ਉਹ ਆਪਣੇ ਅੰਕਲ ਦੇ ਘਰ ਵਿੱਚੋਂ ਭੱਜ ਗਿਆ ਸੀ, ਉਹਦਾ ਕੀ ਕਾਰਨ ਸੀ? The immediate reason for Fatik's departure from his uncle's house was that he was ill. ਉਹ ਬਿਮਾਰ ਹੋ ਗਿਆ ਸੀ, ਇਸ ਵਾਸਤੇ ਉਹ ਆਪਣੇ ਅੰਕਲ ਦੇ ਘਰ ਚੋਂ ਭੱਜ ਗਿਆ ਔਰ ਉਸਦੇ ਨਾਲ he did not want to upset his aunt. ਔਰ ਉਹਦੇ ਨਾਲ ਉਹ ਆਪਣੀ ਆਂਟੀ ਨੂੰ ਦੁਖੀ ਵੀ ਨਹੀਂ ਸੀ ਕਰਨਾ ਚਾਹੁੰਦਾ। Why did Bishambar send for his sister? ਬਿਸ਼ੰਬਰ ਨੇ ਆਪਣੀ ਭੈਣ ਵਾਸਤੇ ਸੁਨੇਹਾ, ਭੈਣ ਨੂੰ ਆਉਣ ਵਾਸਤੇ ਸੁਨੇਹਾ ਕਿਉਂ ਲਾਇਆ? Bishambar sent for his sister because Fatik was very ill. He wanted to see his mother. Bishambar ਨੇ ਆਪਣੀ ਭੈਣ ਨੂੰ ਸੁਨੇਹਾ ਤਾਂ ਹੀ ਲਾਇਆ ਕਿਉਂਕਿ ਫਾਟਿਕ ਬਹੁਤ ਜ਼ਿਆਦਾ ਬਿਮਾਰ ਸੀ ਔਰ ਉਹ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਸੀ। What were Fatik's last words? Fatik ਦੇ ਅਖੀਰੀ ਸ਼ਬਦ ਕੀ ਸੀ? His last words were, ਉਹਦੇ ਅਖੀਰੀ ਸ਼ਬਦ ਸੀ, Mother, the holidays have come. ਮਾਂ, ਛੁੱਟੀਆਂ ਆ ਗਈਆਂ ਹਨ। In your second part, question answers are, how does Fatik feel when he is at Kolkata? ਜਦੋਂ ਕਲਕੱਤਾ ਚ ਸੀਗਾ ਤਾਂ ਫਾਟਿਕ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ? He does not feel happy. ਉਹਨੂੰ ਅੱਛਾ ਮਹਿਸੂਸ ਨਹੀਂ ਹੁੰਦਾ ਹੈ। His aunt was not happy to see him. ਉਹਦੀ ਆਂਟੀ ਉਹਨੂੰ ਦੇਖ ਕੇ ਖੁਸ਼ ਨਹੀਂ ਸੀ ਹੋਈ। His teachers punished him. ਉਹਦੇ ਟੀਚਰ ਉਹਨੂੰ ਮਾਰਦੇ ਸੀ। He feels very sad. ਉਹਨੂੰ ਬੜਾ ਬੁਰਾ ਲੱਗਦਾ ਹੈ। He wants to go back to his village. ਉਹ ਆਪਣੇ ਪਿੰਡ ਵਾਪਸ ਜਾਣਾ ਚਾਹੁੰਦਾ ਹੈ। Next, Fatik is 14 years old boy. Why does Bishambar want to take Fatik to Kolkata? Bishambar Fatik ਨੂੰ ਕਲਕੱਤਾ ਕਿਉਂ ਲੈ ਜਾਣਾ ਚਾਹੁੰਦਾ ਹੈ? Fatik is 14 years old boy. Fatik 14 ਸਾਲ ਦਾ ਇੱਕ ਬੱਚਾ ਹੈ। He is the ringleader of the boys. ਉਹ ਬੱਚਿਆਂ ਦਾ ਜਿਹੜਾ ਨੇਤਾ ਹੈ ਇੱਕ ਕਿਸਮ ਦਾ। His mother is always angry with him because of his fighting with his brother. ਉਹਦੀ ਮੰਮੀ ਉਹਦੇ ਭਰਾ ਦੇ ਨਾਲ ਲੜਾਈ ਹੋਣ ਦੇ ਕਾਰਨ ਹਮੇਸ਼ਾ ਉਸ ਤੋਂ ਗੁੱਸੇ 'ਚ ਰਹਿੰਦੀ ਹੈ। ਔਰ ਮੱਖਣ
ਉਹ ਆਪਣੇ ਭਰਾ ਮੱਖਣ ਨਾਲ ਜਦੋਂ ਲੜਦਾ ਰਹਿੰਦਾ ਹੈ ਤਾਂ ਉਹਦੀ ਮੰਮੀ ਹਮੇਸ਼ਾ ਗੁੱਸੇ 'ਚ ਰਹਿੰਦੀ ਹੈ। ਸੋ ਬਿਸ਼ੰਬਰ ਵਾਂਟਸ ਟੂ ਹੈਲਪ ਹਿਸ ਸਿਸਟਰ, ਇਸ ਵਾਸਤੇ ਬਿਸ਼ੰਬਰ ਆਪਣੀ ਭੈਣ ਦੀ ਮਦਦ ਕਰਨਾ ਚਾਹੁੰਦਾ ਹੈ। Who is responsible for Fatik's death? फाटिक ਦੀ ਮੌਤ ਵਾਸਤੇ ਕੌਣ-ਕੌਣ ਜ਼ਿੰਮੇਵਾਰ ਹੈ? His mother, his aunt and his uncle, his aunt are responsible for Fatik's death. ਉਹਦੀ ਮਾਂ, ਉਹਦੇ ਅੰਕਲ ਵੀ ਇਸ ਵਾਸਤੇ ਬੇਟੇ ਕਿਉਂਕਿ ਅੰਕਲ ਉਹਨੂੰ ਲੈ ਕੇ ਗਏ ਔਰ ਉੱਥੇ ਉਹਦੀ ਦੇਖਭਾਲ ਨਹੀਂ ਕਰ ਸਕੇ। His aunt, ਉਹਦੀ ਆਂਟੀ, ਉਹ ਸਭ ਫਾਟਿਕ ਦੀ ਮੌਤ ਦੇ ਜ਼ਿੰਮੇਦਾਰ ਹਨ। His mother is always angry with him. ਉਹਦੀ ਮਾਂ ਹਮੇਸ਼ਾ ਉਹਦੇ ਨਾਲ ਗੁੱਸੇ ਰਹਿੰਦੀ ਹੈ। His aunt is also not happy to see him. ਉਹਦੀ ਆਂਟੀ ਵੀ ਉਹਨੂੰ ਦੇਖ ਕੇ ਕੋਈ ਖੁਸ਼ ਨਹੀਂ ਹੁੰਦੀ ਹੈ। ਬਿਸ਼ੰਬਰ does not realize that he could not live without his mother. ਬਿਸ਼ੰਬਰ ਨੂੰ ਇਹ ਕਦੀ ਵੀ ਮਹਿਸੂਸ ਨਹੀਂ ਹੁੰਦਾ ਹੈ ਕਿ ਉਹ ਆਪਣੀ ਮਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਹੈ। ਹੁਣ ਇਹ ਕੈਰੈਕਟਰ ਸਕੈਚ ਹੈ। ਸਭ ਤੋਂ ਪਹਿਲਾਂ ਹੈ ਬਿਸ਼ੰਬਰ ਦਾ। ਬਿਸ਼ੰਬਰ is a middle-aged man. He is an affectionate brother. He takes Fatik to Kolkata because he wants to help his sister. He is a timid husband because he cannot tell his wife and children to treat Fatik nicely. ਬਿਸ਼ੰਬਰ ਇੱਕ ਦਰਮਿਆਨੀ ਜਿਹੀ ਉਮਰ ਦਾ ਬੰਦਾ ਹੈ। ਉਹ ਬੜਾ ਪ੍ਰੇਮ ਕਰਨ ਵਾਲਾ ਭਰਾ ਹੈ। ਉਹ ਫਾਟਿਕ ਨੂੰ ਕੋਲਕਾਤਾ ਲੈ ਕੇ ਜਾਂਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਉਹ ਆਪਣੀ ਭੈਣ ਦੀ ਮਦਦ ਕਰ ਸਕੇ। ਉਹ ਬੜਾ ਡਰਪੋਕ ਜਿਹਾ ਘਰ ਵਾਲਾ ਹੈ ਕਿਉਂਕਿ ਉਹ ਆਪਣੀ ਪਤਨੀ ਨੂੰ ਇਹ ਨਹੀਂ ਕਹਿ ਪਾਉਂਦਾ ਕਿ ਬੱਚਿਆਂ ਦੇ ਨਾਲ ਵਧੀਆ ਵਿਵਹਾਰ ਕਰੇ। ਮੱਖਣ is a younger brother of ਫਾਟਿਕ। ਮੱਖਣ ਫਾਟਿਕ ਦਾ ਛੋਟਾ ਭਰਾ ਹੈ। He is a liar. ਉਹ ਇੱਕ ਝੂਠਾ ਹੈ। His mother has deep love for him. ਉਹਦੀ ਮਾਂ ਨੂੰ ਬੜਾ ਪਿਆਰ ਹੈ ਮੱਖਣ ਨਾਲ। He has no love and care for his elder brother ਫਾਟਿਕ। ਲੇਕਿਨ ਮੱਖਣ ਨੂੰ ਆਪਣੇ ਵੱਡੇ ਭਰਾ ਦੇ ਪ੍ਰਤੀ ਨਾ ਕੋਈ ਪ੍ਰੇਮ ਹੈ ਔਰ ਨਾ ਹੀ ਉਹਦਾ ਕੋਈ ਧਿਆਨ ਰੱਖਦਾ ਹੈ ਆਪਣੇ ਵੱਡੇ ਭਰਾ ਦਾ। He becomes happy when Fatik goes with his uncle. ਉਹ ਬੜਾ ਖੁਸ਼ ਹੋ ਜਾਂਦਾ ਹੈ ਜਦੋਂ ਫਾਟਿਕ ਆਪਣੇ ਅੰਕਲ ਦੇ ਨਾਲ ਕਲਕੱਤਾ ਚਲਾ ਜਾਂਦਾ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਂਦਾ ਹੈ। ਫਾਟਿਕ ਦੀ ਆਂਟ ਦਾ ਕੀ ਚਰਿੱਤਰ ਹੈ? ਫਾਟਿਕ's aunt is a middle-aged woman. ਫਾਟਿਕ ਦੀ ਆਂਟੀ ਇੱਕ ਦਰਮਿਆਨੀ ਉਮਰ ਦੀ ਔਰਤ ਹੈ। She loves her own children only. ਉਹ ਸਿਰਫ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ। She ill treats ਫਾਟਿਕ। ਉਹ ਫਾਟਿਕ ਨਾਲ ਬੜਾ ਗੰਦਾ ਵਿਵਹਾਰ ਕਰਦੀ ਹੈ। She does not take care of Fatik when he becomes ill. ਉਹ ਫਾਟਿਕ ਦੀ ਕੋਈ ਪਰਵਾਹ ਨਹੀਂ ਕਰਦੀ ਜਦੋਂ ਫਾਟਿਕ ਬਿਮਾਰ ਹੋ ਜਾਂਦਾ ਹੈ। She is the most cruel character in the story. ਉਹ ਸਾਰੀ ਕਹਾਣੀ ਵਿੱਚ ਸਭ ਤੋਂ ਜ਼ਿਆਦਾ ਕਰੂਰ ਜਿਹਾ ਚਰਿੱਤਰ ਹੈ। ਹੁਣ ਫਾਟਿਕ ਦੀ ਮੰਮੀ ਦਾ ਫਾਟਿਕ's mother ਫਾਟਿਕ ਦੀ ਮੰਮੀ ਦਾ ਕਹੇ ਜਿਹਾ ਚਰਿੱਤਰ ਹੈ, ਉਹਦਾ ਕਹੇ ਜਿਹਾ ਵਿਹਾਰ ਦੱਸਿਆ ਗਿਆ ਕਿਵੇਂ ਦੀ ਹੈ ਫਾਟਿਕ ਦੀ ਮੰਮੀ। ਫਾਟਿਕ's mother is a simple and caring mother. ਫਾਟਿਕ ਦੀ ਮਾਂ ਇੱਕ ਸਧਾਰਨ ਔਰ ਬਹੁਤ ਪ੍ਰੇਮ ਕਰਨ ਵਾਲੀ ਮਾਂ ਹੈ। She is a single mother. ਉਹ ਕੱਲੀ ਮਾਂ ਹੈ ਯਾਨੀ ਉਹਦੇ ਫਾਟਿਕ ਦੇ ਫਾਦਰ ਤਾਂ ਜ਼ਿੰਦਾ ਹੈ ਨਹੀਂ। She sends her elder son Fatik with his brother only for his betterment. ਉਹ ਆਪਣੇ ਵੱਡੇ ਪੁੱਤਰ ਫਾਟਿਕ ਨੂੰ ਆਪਣੇ ਭਰਾ ਦੇ ਨਾਲ ਸਿਰਫ ਉਹ ਵੱਡੇ ਪੁੱਤਰ ਦੇ ਫਾਇਦੇ ਵਾਸਤੇ ਭੇਜਦੀ ਹੈ ਕਿ ਸ਼ਾਇਦ ਇਹ ਸ਼ਰਾਰਤਾਂ ਕਰਨ ਤੋਂ ਬਾਜ਼ ਆ ਜਾਏ ਔਰ ਉਹਦੇ ਨਾਲ ਨਾਲ ਉਹਨੂੰ ਐਵੇਂ ਲੱਗਦਾ ਕਿ ਉਹ ਮੱਖਣ ਦੇ ਨਾਲ ਕੋਈ ਗਲਤ ਨਾ ਕਰ ਸਕੇ। Give a pen portrait of Fatik. ਫਾਟਿਕ ਦਾ ਚਰਿੱਤਰ ਚਿਤਰਨ ਕਰੋ। ਫਾਟਿਕ was a 14 years old boy. ਫਾਟਿਕ ਇੱਕ 14 ਸਾਲ ਦਾ ਬੱਚਾ ਸੀ। He was naughty. ਉਹ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਇੱਕ ਕਿਸਮ ਦਾ ਸ਼ਰਾਰਤੀ ਸੀਗਾ। He was ringleader of the village boy. ਉਹ ਪਿੰਡ ਦੇ ਬੱਚਿਆਂ ਦਾ ਨੇਤਾ ਸੀ, ਸਰਗਨਾ ਸੀ। His aunt teachers at Kolkata and his cousins made him sad. ਉਹਦੀ ਆਂਟੀ, ਉਹਦੇ ਅਧਿਆਪਕ ਜਿਹੜੇ ਕਲਕੱਤਾ ਸੀਗੇ ਔਰ ਉਹਦੇ ਨਾਲ ਨਾਲ ਉਹਦੇ ਜਿਹੜੇ ਮਾਮੇ ਦੇ ਬੱਚੇ ਸੀ ਉਹਨੂੰ ਦੁਖੀ ਕਰ ਦਿੰਦੇ ਹਨ। He was not a bad boy. ਉਹ ਇੱਕ ਬੁਰਾ ਬੱਚਾ ਨਹੀਂ ਸੀ। Describe the quarrel between Fatik and Makhan. ਫਾਟਿਕ ਔਰ ਮੱਖਣ ਵਿੱਚ ਜਿਹੜੀ ਲੜਾਈ ਹੋਈ ਸੀ ਉਹਦੇ ਬਾਰੇ ਚ ਦੱਸੋ।
One day Fatik planned to roll away a log into the river. ਇੱਕ ਦਿਨ ਫਾਟਿਕ ਨੇ ਸੋਚਿਆ ਕਿ ਉਹ ਇੱਕ ਲੱਕੜੀ ਦਾ ਜਿਹੜਾ ਗੱਠਾ ਹੈ ਉਹਨੂੰ ਨਦੀ ਚ ਤੇਰ ਦੇਵੇ। ਮੱਖਣ was sitting on the log. ਮੱਖਣ ਉਸ ਤੇ ਉੱਤੇ ਬੈਠਾ ਹੋਇਆ ਸੀ। He refused to obey Fatik. ਉਹਨੇ ਫਾਟਿਕ ਦੇ ਆਗਿਆ ਮੰਨਣ ਤੋਂ ਇਨਕਾਰ ਕਰਤਾ ਕਿ ਮੈਂ ਨਹੀਂ ਉੱਠਦਾ। ਉਹ ਕਹਿੰਦਾ Fatik and the boys rolled the log and Makhan over together. ਫਾਟਿਕ ਔਰ ਮੁੰਡਿਆਂ ਨੇ ਮਿਲ ਕੇ ਉਸ ਲੱਕੜੀ ਦੇ ਗੱਠੇ ਨੂੰ ਮੱਖਣ ਦੇ ਬੈਠੇ ਸਮੇਤ ਹੀ ਪਾਣੀ ਵਿੱਚ ਤੇਰਨ ਦੀ ਕੋਸ਼ਿਸ਼ ਕੀਤੀ। ਮੱਖਣ fought with ਫਾਟਿਕ। ਮੱਖਣ ਨੇ ਫਾਟਿਕ ਨਾਲ ਲੜਨਾ ਸ਼ੁਰੂ ਕਰਤਾ। He went home crying and told a lie that Fatik had beaten him. ਉਹ ਰੋਂਦੇ ਰੋਂਦੇ ਘਰ ਚਲਾ ਗਿਆ ਔਰ ਉਹਨੇ ਝੂਠ ਬੋਲਿਆ ਕਿ ਫਾਟਿਕ ਨੇ ਉਹਨੂੰ ਕੁੱਟਿਆ ਹੈ। Next, what was the name of Fatik brother? Fatik ਦੇ ਭਰਾ ਦਾ ਕੀ ਨਾਂ ਸੀ? ਮੱਖਣ। ਉਹਦੇ ਭਰਾ ਦਾ ਕੀ ਨਾਂ ਸੀ? ਮੱਖਣ। ਮੱਖਣ was the name of Fatik's brother. Fatik's uncle lived in ਕਿੱਥੇ ਰਹਿੰਦੇ ਸੀ? ਕੈਲਕਟਾ। Fatik aunt welcomed Fatik at her home. True ਹੈ ਕਿ false ਹੈ? False. ਉਹਦੀ ਆਂਟੀ ਨੂੰ ਕੋਈ ਚੰਗਾ ਨਹੀਂ ਲੱਗਾ ਸੀ ਉਹਦਾ ਘਰ ਆਣਾ। Fatik's mother did not like his ways. Fatik ਦੀ ਮਾਂ ਨੂੰ ਉਹਦੇ ਤਰੀਕੇ ਪਸੰਦ ਨਹੀਂ ਸੀ। Fatik wanted to move a log of wood from its place. Fatik's last words were, Mother, holidays have come. The boys were puzzled for a moment. ਲੜਕੇ ਇੱਕ ਪਲ ਲਈ ਉਲਝਣ ਵਿੱਚ ਪੈ ਗਏ। Fatik refused to move. Fatik ਨੇ ਹਿੱਲਣ ਤੋਂ ਮਨਾ ਕਰ ਦਿੱਤਾ। Fatik Chakravarti was the ringleader amongst the boys of the village. Fatik Chakravarti ਪਿੰਡ ਦੇ ਮੁੰਡਿਆਂ ਦਾ ਮੁਖੀਆ ਸੀ। He could not bear this injustice. ਉਹ ਇਹ ਅਨਿਆਂ ਬਰਦਾਸ਼ਤ ਨਹੀਂ ਕਰ ਸਕਿਆ। Next, the stranger asked him again. ਅਜਨਬੀ ਨੇ ਫੇਰ ਉਸ ਤੋਂ ਪੁੱਛਿਆ। At last, Bishambar asked the police to help him. ਅਖੀਰ ਵਿੱਚ ਬਿਸ਼ੰਬਰ ਨੇ ਪੁਲਿਸ ਨੂੰ ਉਹਨਾਂ ਦੀ ਮਦਦ ਕਰਨ ਲਈ ਕਿਹਾ। One day, Fatik lost his lesson book. ਇੱਕ ਦਿਨ ਫਾਟਿਕ ਆਪਣੀ ਪਾਠ ਪੁਸਤਕ ਗੁਆ ਬੈਠਾ। The next morning, Fatik was nowhere to be seen. ਅਗਲੀ ਸਵੇਰ ਫਾਟਿਕ ਕਿਤੇ ਵੀ ਨਜ਼ਰ ਨਾ ਆਇਆ। Bishambar brought a doctor. ਬਿਸ਼ੰਬਰ ਇੱਕ ਡਾਕਟਰ ਨੂੰ ਲੈ ਕੇ ਆਇਆ। Mother, the holidays have come. ਮਾਂ ਛੁੱਟੀਆਂ ਆ ਗਈਆਂ ਹਨ। ਬੇਟੇ ਇਹ ਇੰਗਲਿਸ਼ ਟੂ ਪੰਜਾਬੀ ਟ੍ਰਾਂਸਲੇਸ਼ਨ ਹੈ ਔਰ ਇਹ ਸੈਂਟੈਂਸਸ ਤੁਹਾਡੇ ਪੰਜਾਬ ਬੋਰਡ ਵੱਲੋਂ ਤੁਹਾਡੇ ਸਿਲੇਬਸ ਵਿੱਚ ਆਏ ਹੋਏ ਨੇ। Thank you so much.